ਸਤਿਕਾਰਯੋਗ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਜੈ ਲੱਖ ਦਾਤਾ ਪੀਰ ਦੀ, ਮੌਜ਼ ਫਕੀਰ ਦੀ। ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ, ਕਿਉਂਕਿ ਮਨੁੱਖ ਜਨਮ ਦਾ ਪਹਿਲਾ ਫਰਜ਼ ਬੰਦਗੀ ਕਰਨਾ ਆ, ਭਗਤੀ ਕਰਨਾ ਆ। ਕਿਉਂਕਿ ਇਸੇ ਜਨਮ ਦੇ ਵਿੱਚ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਆ। ਉਹ ਤਾਂ ਮਿਲਾਂਗੇ ਪਰਮਾਤਮਾ ਨੂੰ, ਜਾਂ ਪਰਮਾਤਮਾ ਸਾਨੂੰ ਤਾਂ ਮਿਲੇਗਾ ਜੇ ਅਸੀਂ ਰੋਜ਼ ਬੰਦਗੀ ਕਰਾਂਗੇ, ਰੋਜ਼ ਭਗਤੀ ਕਰਾਂਗੇ, ਰੋਜ਼ ਸਿਮਰਨ ਕਰਾਂਗੇ। ਬੜੇ ਦੁੱਖ ਕੱਟਣ ਤੋਂ ਬਾਅਦ, 84 ਲੱਖ ਜੋਨੀਆਂ ਭੋਗਣ ਤੋਂ ਬਾਅਦ ਕਿਤੇ ਜਾ ਕੇ ਪਰਮਾਤਮਾ ਨੇ, ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਸਾਨੂੰ ਇਹ ਜਨਮ ਦਿੱਤਾ ਹੈ। ਸਾਨੂੰ ਇਹ ਜਨਮ ਲੇਖੇ ਲਗਾ ਲੈਣਾ ਚਾਹੀਦਾ ਆ। ਗੁਰੂ ਮਹਾਰਾਜ ਇਹ ਨਹੀਂ ਕਹਿੰਦੇ ਕਿ ਬੇਟੇ ਘਰ ਪਰਿਵਾਰ ਛੱਡੋ, ਆਪਣੇ ਕੰਮਕਾਰ ਛੱਡੋ, ਜਾਂ ਕੁਝ ਹੋਰ ਛੱਡਣ ਲਈ ਕਹਿੰਦੇ ਆ। ਗੁਰੂ ਤਾਂ ਸਿਰਫ ਕਹਿੰਦਾ ਕਿ ਬੇਟੇ ਅੰਮ੍ਰਿਤ ਵੇਲੇ ਸੰਭਾਲ ਕਰੋ, ਸਵੇਰੇ ਉੱਠ ਕੇ ਆਪਣਾ ਨਿਤਨੇਮ ਕਰੋ, ਸਿਮਰਨ ਦਾ ਅਭਿਆਸ ਕਰੋ, ਦੋਵਾਂ ਅੱਖਾਂ ਦੇ ਵਿਚਕਾਰ ਇੱਥੇ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ। ਜੋ ਵੀ ਮਿਲਣਾ ਧਿਆਨ ਦੇ ਗਰਭ 'ਚੋਂ ਮਿਲਣਾ ਆ। ਤੇ ਇਸ ਲਈ ਰੋਜ਼ ਸਿਮਰਨ ਦਾ ਅਭਿਆਸ ਕਰਿਆ ਕਰੋ, ਰੋਜ਼ ਆਪਣੇ ਅੰਦਰ ਧਿਆਨ ਲਗਾਉਣ ਦੀ ਕੋਸ਼ਿਸ਼ ਕਰਿਆ ਕਰੋ। ਇੱਕ ਵਾਰ ਇੱਕ ਸੇਠ ਬਹੁਤ ਹੀ ਦੁਖੀ ਸੀ। ਪਹਿਲਾਂ ਉਹਦਾ ਕਾਰੋਬਾਰ ਬੜਾ ਚੰਗਾ ਸੀ, ਬੜਾ ਅਮੀਰ ਬੰਦਾ ਸੀ। ਕੁਝ ਇਹੋ ਜਿਹਾ ਸਮਾਂ ਆਇਆ, ਉਸ ਸੇਠ ਦਾ ਕਾਰੋਬਾਰ ਡੁੱਬਣ ਲੱਗ ਗਿਆ। ਉਹ ਕੰਗਾਲ ਹੋ ਗਿਆ, ਬੜਾ ਦੁਖੀ ਹੋਇਆ, ਬੜਾ ਪਰੇਸ਼ਾਨ ਹੋਇਆ। ਤੇ ਜਦੋਂ ਇਨਸਾਨ ਦੁਖੀ ਹੋਵੇ, ਪਰੇਸ਼ਾਨ ਹੋਵੇ, ਕਿਤੇ ਪਾਸੇ ਕੋਈ ਰਸਤਾ ਨਜ਼ਰ ਨਾ ਆਵੇ, ਤਾਂ ਉਸ ਨੂੰ ਆਪਣਾ ਗੁਰੂ ਮੁਰਸ਼ਿਦ ਯਾਦ ਆਉਂਦਾ ਹੈ, ਜਾਂ ਕੋਈ ਸੰਤ ਮਹਾਂਪੁਰਸ਼ ਫਕੀਰ ਯਾਦ ਆਉਂਦਾ ਆ। ਤਾਂ ਉਸ ਸੇਠ ਨੇ, ਉਸ ਇਲਾਕੇ ਦੇ ਵਿੱਚ ਇੱਕ ਫਕੀਰ ਸੀ, ਉਹ ਸੇਠ ਉਸ ਫਕੀਰ ਦੇ ਕੋਲ ਗਿਆ ਤੇ ਉਸ ਨੂੰ ਆਪਣੀ ਸਾਰੀ ਗੱਲ ਦੱਸੀ ਕਿ ਕਹਿੰਦੇ ਮਹਾਰਾਜ, ਮੈਂ ਬਰਬਾਦ ਹੋ ਗਿਆ, ਮੇਰਾ ਸਭ ਕੁਝ ਚਲਾ ਗਿਆ ਤੇ ਮੈਂ ਬਹੁਤ ਪਰੇਸ਼ਾਨ ਹਾਂ, ਮੈਂ ਦੁਖੀ ਹਾਂ, ਮੇਰਾ ਕੋਈ ਸਮਾਧਾਨ ਕਰੋ, ਮੇਰਾ ਕੋਈ ਹੱਲ ਕਰੋ। ਤਾਂ ਉਸ ਫਕੀਰ ਨੇ ਕਿਹਾ ਕਿ ਰਾਜਨ, ਤੇਰਾ ਜੋ ਸਭ ਕੁਝ ਸੀ, ਤੂੰ ਕਹਿੰਦਾ ਮੇਰਾ ਸਭ ਕੁਝ ਚਲਾ ਗਿਆ। ਅਗਰ ਉਹ ਤੇਰਾ ਸੀ ਤਾਂ ਉਹ ਚਲਾ ਕਾਹਤੇ ਗਿਆ? ਜਦੋਂ ਫਕੀਰ ਨੇ ਉਸ ਸੇਠ ਕੋਲੋਂ ਪੁੱਛਿਆ ਕਿ ਸੇਠ, ਅਗਰ ਤੇਰਾ ਜੇ ਸਭ ਕੁਝ ਸੀ, ਫਿਰ ਉਹ ਚਲਾ ਕਾਹਤੇ ਗਿਆ? ਤਾਂ ਸੇਠ ਨੂੰ ਕੋਈ ਜਵਾਬ ਨਹੀਂ ਆਇਆ। ਸੇਠ ਚੁੱਪ ਕਰ ਗਿਆ। ਤਾਂ ਫਕੀਰ ਨੇ ਕਿਹਾ ਕਿ ਸੇਠ, ਜਦੋਂ ਤੂੰ ਸੰਸਾਰ ਵਿੱਚ ਆਇਆ ਸੀ, ਜਦੋਂ ਤੂੰ ਦੁਨੀਆ ਵਿੱਚ ਆਇਆ ਸੀ, ਜਦੋਂ ਤੂੰ ਜਨਮ ਲਿੱਤਾ ਸੀ, ਉਦੋਂ ਕਿੰਨਾ ਕਿ ਤੂੰ ਧਨ ਦੌਲਤ ਐਸ਼ੋ ਆਰਾਮ ਲੈ ਕੇ ਆਇਆ, ਕਿੰਨਾ ਕਿ ਤੂੰ ਸਮਾਨ ਲੈ ਕੇ ਆਇਆ? ਕਹਿੰਦਾ ਮਹਾਰਾਜ, ਪੈਦਾ ਹੋਣ ਲੱਗੇ ਵੀ ਕੋਈ ਲੈ ਕੇ ਆਂਦਾ? ਉਹ ਤਾਂ ਖਾਲੀ ਹੱਥ ਇਨਸਾਨ ਆਂਦਾ ਆ, ਖਾਲੀ ਹੱਥ ਇਨਸਾਨ ਸੰਸਾਰ ਵਿੱਚ ਜਨਮ ਲੈਂਦਾ ਆ। ਤੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ? ਹਰ ਕੋਈ ਇਨਸਾਨ ਇੱਥੇ ਧਰਤੀ ਤੇ ਆਂਦਾ, ਉਹ ਖਾਲੀ ਹੱਥ ਆਂਦਾ ਆ। ਫਿਰ ਫਕੀਰ ਨੇ ਕਿਹਾ ਕਿ ਹੇ ਰਾਜਨ, ਹੇ ਸੇਠ, ਫਿਰ ਜਦੋਂ ਅੰਤ ਸਮੇਂ ਤੂੰ ਇਸ ਸੰਸਾਰ ਵਿੱਚ ਜਾਣਾ ਹੈ, ਤੂੰ ਕਿੰਨਾ ਕੁ ਧਨ ਲੈ ਕੇ ਜਾਣਾ ਹੈ, ਕਿੰਨਾ ਕੁ ਤੂੰ ਸਮਾਨ ਲੈ ਕੇ ਜਾਣਾ, ਮੈਨੂੰ ਇਹਦੇ ਬਾਰੇ ਦੱਸ। ਤਾਂ ਉਹ ਸੇਠ ਕਹਿਣ ਲੱਗਾ ਕਿ ਮਹਾਰਾਜ, ਜਦੋਂ ਇਨਸਾਨ ਮਰਦਾ ਆ, ਉਹ ਤਾਂ ਖਾਲੀ ਹੱਥ ਜਾਂਦਾ ਆ, ਉਹ ਕਦੇ ਵੀ ਕੁਝ ਲੈ ਕੇ ਨਹੀਂ ਜਾਂਦਾ।
ਜੋ ਵੀ ਸੰਸਾਰ 'ਚ ਆਇਆ ਉਹ ਖਾਲੀ ਹੱਥ ਹੀ ਗਿਆ। ਤਾਂ ਉਹ ਫਕੀਰ ਬੜਾ ਹੱਸਿਆ, ਹੱਸ ਕੇ ਉਹ ਸੇਠ ਨੂੰ ਕਹਿਣ ਲੱਗਾ, ਸੇਠ ਤੂੰ ਹਜੇ ਵੀ ਨਹੀਂ ਸਮਝਿਆ, ਜੇ ਤੂੰ ਆਉਣ ਲੱਗੇ ਸੰਸਾਰ ਵਿੱਚ ਆਇਆ ਉਦੋਂ ਕੁਛ ਨਹੀਂ ਲੈ ਕੇ ਆਇਆ, ਤੇ ਜਦੋਂ ਜਾਣਾ ਆ ਉਦੋਂ ਵੀ ਤੂੰ ਕੁਛ ਨਹੀਂ ਲੈ ਕੇ ਜਾਣਾ, ਫਿਰ ਰੋਲਾ ਕਾਹਦਾ ਆ, ਫਿਰ ਇਹਨਾਂ ਪਰੇਸ਼ਾਨੀ ਕਾਹਦੀ ਆ, ਫਿਰ ਇੰਨੀ ਚਿੰਤਾ ਕਾਹਦੀ ਆ, ਇੰਨੀ ਟੈਨਸ਼ਨ ਕਾਹਦੀ ਆ। ਤੂੰ ਸੰਸਾਰ 'ਚ ਆਇਆ ਤੇ ਖਾਲੀ ਹੱਥ ਆਇਆ ਸੀ, ਤੇ ਜਦੋਂ ਸੰਸਾਰ ਵਿੱਚੋਂ ਜਾਣਾ ਤੇ ਖਾਲੀ ਹੱਥ ਜਾਣਾ ਆ, ਤੇ ਫਿਰ ਚਿੰਤਾ ਕਾਹਦੀ ਹੈ, ਫਿਰ ਪਰੇਸ਼ਾਨੀ ਕਾਹਦੀ ਹੈ। ਸੇਠ ਕਹਿੰਦਾ, ਮਹਾਰਾਜ ਮੈਂ ਤੁਹਾਡੀ ਸਾਰੀ ਗੱਲ ਸਮਝਦਾ ਹਾਂ ਕਿ ਇਨਸਾਨ ਖਾਲੀ ਹੱਥ ਸੰਸਾਰ ਵਿੱਚ ਆਉਂਦਾ, ਖਾਲੀ ਹੱਥ ਸੰਸਾਰ ਵਿੱਚੋਂ ਜਾਂਦਾ ਆ, ਮੈਂ ਤੁਹਾਡੀ ਗੱਲ ਸਮਝਦਾ, ਪਰ ਫਿਰ ਵੀ ਮੈਨੂੰ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਕੁਛ ਨਾ ਕੁਛ ਧਨ ਚਾਹੀਦਾ। ਤਾਂ ਉਸ ਫਕੀਰ ਨੇ ਕਿਹਾ ਕਿ ਸੇਠ ਜਿਹਨੇ ਤੈਨੂੰ ਦੰਦ ਦਿੱਤੇ ਨਾ ਉਹਨੇ ਤੇਰਾ ਰੋਟੀ ਦਾ ਇੰਤਜ਼ਾਮ ਵੀ ਕੀਤਾ ਆ। ਸੰਸਾਰ ਵਿੱਚ ਕਰੋੜਾਂ ਹੀ ਪੰਛੀ ਨੇ, ਜਾਨਵਰ ਨੇ, ਜੀਵ ਜੰਤੂ ਨੇ, ਜੰਗਲਾਂ ਵਿੱਚ ਕਰੋੜਾਂ ਹੀ ਜੀਵ ਜੰਤੂ ਨੇ, ਪੰਛੀ ਨੇ, ਉਹਨਾਂ ਨੂੰ ਵੀ ਪਰਮਾਤਮਾ ਰੋਟੀ ਦਿੰਦਾ ਪਿਆ ਆ। ਸਮੁੰਦਰ ਦੇ ਵਿੱਚ ਵੀ ਕਰੋੜਾਂ ਹੀ ਜੀਵ ਨੇ, ਉਹਨੂੰ ਵੀ ਪਰਮਾਤਮਾ ਸਮੁੰਦਰ ਦੇ ਵਿੱਚ ਵੀ ਰੋਟੀ ਦਿੰਦਾ ਆ। ਪਹਾੜਾਂ ਦੇ ਵਿੱਚ ਵੀ ਕਿੰਨੇ ਜੀਵ ਜੰਤੂ ਆ, ਉਹਨੂੰ ਵੀ ਪਰਮਾਤਮਾ ਦਿੰਦਾ ਪਿਆ। ਕੀ ਪਰਮਾਤਮਾ ਤੈਨੂੰ ਰੋਟੀ ਨਹੀਂ ਦੇਵੇਗਾ? ਸੋ ਇਹ ਸੇਠ ਤੂੰ ਚਿੰਤਾ ਨਾ ਕਰ, ਤੂੰ ਆਪਣਾ ਕਰਮ ਕਰ, ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ, ਕਰਮ ਕਰ। ਜਿਸ ਪਰਮਾਤਮਾ ਨੇ ਤੈਨੂੰ ਦੰਦ ਦਿੱਤੇ ਆ ਨਾ, ਉਹਨੇ ਰੋਟੀ ਦਾ ਤੇਰਾ ਇੰਤਜ਼ਾਮ ਕੀਤਾ ਹੋਇਆ, ਤੇ ਇਸ ਲਈ ਚਿੰਤਾ ਨਾ ਕਰ, ਪਰੇਸ਼ਾਨ ਨਾ ਹੋ। ਜੇ ਇਨਸਾਨ ਸੰਸਾਰ 'ਚ ਆਉਂਦਾ ਖਾਲੀ ਹੱਥ ਆਉਂਦਾ ਆ, ਸੰਸਾਰ ਵਿੱਚੋਂ ਖਾਲੀ ਹੱਥ ਚਲਾ ਜਾਂਦਾ ਆ, ਫਿਰ ਕਿਸੇ ਪ੍ਰਕਾਰ ਦੀ ਸਾਨੂੰ ਚਿੰਤਾ ਹੋਣੀ ਨਹੀਂ ਚਾਹੀਦੀ ਹੈ। ਸਾਨੂੰ ਆਪਣੇ ਜੀਵਨ ਦਾ ਆਨੰਦ ਲੈਣਾ ਚਾਹੀਦਾ। ਪਰ ਅਸੀਂ ਲੋਕ ਆਪਣੇ ਜੀਵਨ ਨੂੰ ਸਮਝਦੇ ਨਹੀਂ ਪਏ, ਇਹ ਜੀਵਨ ਦੀ ਪਹੇਲੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਪਏ। ਗੁਰੂ ਮਹਾਰਾਜ ਕਹਿੰਦੇ ਕਿ ਬੇਟੇ ਅੰਮ੍ਰਿਤ ਵੇਲੇ ਸੰਭਾਲ ਕਰੋ, ਸਵੇਰੇ ਉੱਠ ਕੇ ਸਿਮਰਨ ਕਰੋ, ਕਿਉਂਕਿ ਇਹ ਜਨਮ ਬੰਦਗੀ ਕਰਨ ਵਾਸਤੇ ਮਿਲਿਆ, ਭਗਤੀ ਕਰਨ ਵਾਸਤੇ ਮਿਲਿਆ, ਪਰਮਾਤਮਾ ਦੇ ਨਾਲ ਮਿਲਣ ਵਾਸਤੇ ਮਿਲਿਆ ਹੈ। ਕਿਉਂਕਿ ਇਸੇ ਜਨਮ ਦੇ ਪਰਮਾਤਮਾ ਨੂੰ ਪਾਇਆ ਜਾ ਸਕਦਾ, ਮਿਲਿਆ ਜਾ ਸਕਦਾ, ਦੇਖਿਆ ਜਾ ਸਕਦਾ। ਤੇ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਜਨਮ ਦਿੱਤਾ ਹੈ, ਸਾਨੂੰ ਇਹ ਲੇਖੇ ਲਗਾ ਲੈਣਾ ਚਾਹੀਦਾ ਹੈ। ਔਰ ਸਾਨੂੰ ਇੰਨੀਆਂ ਟੈਨਸ਼ਨਾਂ ਨਹੀਂ ਕਰਨੀਆਂ ਚਾਹੀਦੀਆਂ, ਇੰਨੀ ਚਿੰਤਾਵਾਂ ਨਹੀਂ ਕਰਨੀਆਂ ਚਾਹੀਦੀਆਂ। ਜੇ ਚਿੰਤਾ ਕਰਨ ਦੇ ਨਾਲ ਹੱਲ ਹੁੰਦੇ ਤਾਂ ਫਿਰ ਤੂੰ ਜਿੰਨੀ ਮਰਜ਼ੀ ਚਿੰਤਾ ਕਰੀ ਜਾ। ਜੇ ਚਿੰਤਾ ਕਰਨਾ ਹੱਲ ਹੀ ਨਹੀਂ ਹੁੰਦਾ, ਫਿਰ ਚਿੰਤਾ ਕਰਨ ਦੀ ਕੀ ਲੋੜ ਆ? ਇਨਸਾਨ ਦੇ ਹੱਥ ਕੁਝ ਵੀ ਨਹੀਂ ਹੈਗਾ, ਜੋ ਕੁਝ ਵੀ ਹੈ ਉਸ ਪਰਮਾਤਮਾ ਦੇ ਹੱਥ ਵਿੱਚ ਹੈਗਾ। ਇਨਸਾਨ ਦਾ ਫਰਜ਼ ਆ ਕਰਮ ਕਰਨਾ। ਤੁਸੀਂ ਅੱਛੇ ਕਰਮ ਕਰੋ, ਸਾਰਿਆਂ ਨਾਲ ਪਿਆਰ ਪ੍ਰੇਮ ਕਰੋ, ਇੱਕ ਦੂਜੇ ਦਾ ਸਤਿਕਾਰ ਕਰੋ, ਇੱਕ ਦੂਜੇ ਦੀ ਇੱਜ਼ਤ ਕਰੋ, ਕਰਮ ਕਰਦੇ ਚਲੋ, ਤੁਹਾਨੂੰ ਪਰਮਾਤਮਾ ਸਮੇਂ ਆਏ ਤੇ ਫਲ ਦੇਵੇਗਾ। ਜੋ ਅਸੀਂ ਪਿਛਲੇ ਜਨਮਾਂ ਦੇ ਵਿੱਚ ਕਰਮ ਕੀਤੇ ਆ, ਉਸ ਦੇ ਹਿਸਾਬ ਨਾਲ ਸਾਨੂੰ ਇਹ ਜਨਮ ਮਿਲਦੇ ਆ। ਸਾਨੂੰ ਅਮੀਰੀ ਗਰੀਬੀ ਮਿਲੀ ਆ, ਦੁੱਖ ਸੁੱਖ ਸਾਨੂੰ ਮਿਲੇ ਆ। ਪਰ ਇਨਸਾਨ ਦੇ ਹੱਥ ਵਿੱਚ ਜਿਹੜਾ ਅਗਲਾ ਸਮਾਂ ਆ, ਆਉਣ ਵਾਲਾ ਸਮਾਂ, ਉਹ ਇਨਸਾਨ ਦੇ ਹੱਥ ਵਿੱਚ ਹੈ। ਉਹ ਆਪਣਾ ਆਉਣ ਵਾਲਾ ਸਮਾਂ ਬਦਲ ਸਕਦਾ ਆ, ਜੇ ਇਨਸਾਨ ਚਾਹਵੇ ਤਾਂ। ਅਸੀਂ ਤਾਂ ਆਪਣੇ ਦੁੱਖਾਂ ਨੂੰ ਫੜ ਕੇ ਬਹਿ ਜਾਂਦੇ ਹਾਂ, ਹਾਏ ਮਰ ਗਿਆ, ਹਾਏ ਲੁੱਟ ਗਿਆ, ਹਾਏ ਏਦਾਂ ਹੋ ਗਿਆ, ਹਾਏ ਉੱਦਾਂ ਹੋ ਗਿਆ। ਪਰ ਅਸੀਂ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਪਏ। ਜੀਵਨ ਤਾਂ ਖੁਸ਼ੀਆਂ ਭਰਾ ਆ, ਪਰ ਅਸੀਂ ਖੁਸ਼ੀਆਂ ਲੈ ਕਿਉਂ ਨਹੀਂ ਰਹੇ? ਕਿਉਂਕਿ ਅਸੀਂ ਆਪਣੇ ਆਪ ਨੂੰ ਸਮਾਂ ਨਹੀਂ ਦਿੰਦੇ ਪਏ। ਸਾਡੇ ਲਈ ਰਿਸ਼ਤੇਦਾਰਾਂ ਲਈ ਸਮਾਂ ਹੈਗਾ, ਦੁਨੀਆ ਵਾਸਤੇ ਸਮਾਂ ਹੈਗਾ, ਹਨਾ, ਬੱਚਿਆਂ ਵਾਸਤੇ ਸਮਾਂ ਹੈ, ਘਰ ਵਾਲੀ ਵਾਸਤੇ ਸਮਾਂ ਹੈ, ਘਰ ਵਾਲੇ ਵਾਸਤੇ ਸਮਾਂ ਹੈਗਾ, ਮਾਂ-ਬਾਪ ਵਾਸਤੇ ਸਮਾਂ, ਪਰ ਆਪਣੇ ਲਈ ਸਮਾਂ ਨਹੀਂ ਹੈਗਾ। ਸਾਰੀ ਜ਼ਿੰਦਗੀ ਦੂਜਿਆਂ ਦੀ ਸੇਵਾ ਕਰਦੇ ਕਰਦੇ ਨਿਕਲ ਜਾਂਦੀ ਆ। ਜਦੋਂ ਅੰਤ ਸਮਾਂ ਆਉਂਦਾ ਹੈ, ਫਿਰ ਖਾਲੀ ਹੱਥ ਇਨਸਾਨ ਚਲਾ ਜਾਂਦਾ ਹੈ। ਜਦੋਂ ਬੁੱਢਾ ਹੋ ਜਾਂਦਾ ਇਨਸਾਨ ਪਛਤਾਉਂਦਾ, ਮੈਂ ਸਾਰੀ ਉਮਰ ਕੀਤਾ ਕੀ ਆ।
ਕਦੇ ਇਕਾਂਤ ਵਿੱਚ ਬਹਿ ਕੇ ਆਪਣੇ ਆਪ ਨੂੰ 10 ਮਿੰਟ ਦੇਖ ਕੇ ਤਾਂ ਦੇਖੋ ਕਿ ਅਸੀਂ ਜੀਵਨ ਵਿੱਚ ਕਰਦੇ ਕੀ ਪਏ ਹਾਂ। ਇੰਨਾ ਬੋਝ ਕਾਹਦਾ ਚੱਕਿਆ ਹੋਇਆ ਹੈ, ਇੰਨੀਆਂ ਚਿੰਤਾ ਕਾਹਦੀਆਂ ਪਾਈਆਂ ਹੋਈਆਂ। ਛੋਟਾ ਜਿਹਾ ਜੀਵਨ ਆ, ਇਹਨੂੰ ਖੁਸ਼ੀ-ਖੁਸ਼ੀ ਗੁਜ਼ਾਰੋ। ਆਪਣੇ ਪਰਿਵਾਰ ਨਾਲ ਪਿਆਰ ਕਰੋ, ਆਪਣੇ ਬੱਚਿਆਂ ਨਾਲ ਪਿਆਰ ਕਰੋ, ਆਪ ਵੀ ਸਿਮਰਨ ਕਰੋ, ਆਪਣੇ ਬੱਚਿਆਂ को भी सिमरन कराओ, आप भी बंदगी करो, अपने बच्चों को भी बंदगी कराओ। अमृत वेले संभाल करो, अपने दिन की शुरुआत परमात्मा के नाम तो करो। संसार के काम धंधे भी करो, अपने जिम्मेवारियां फर्ज आओ भी निभाओ, पर निभाते निभाते बंदगी भी जरूर करो। क्योंकि जे तुसी दुखों तो छुटकारा चाहते हो ਤਾਂ ਸਿਮਰਨ ਕਰਨਾ ਪਵੇਗਾ। ਜੇ ਤੁਸੀਂ ਸਦਾ ਸਦਾ ਸੁਖੀ ਰਹਿਣਾ ਚਾਹੁੰਦੇ ਹੋ, ਖੁਸ਼ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਿਮਰਨ ਕਰਨਾ ਪਵੇਗਾ। ਜੇ ਤੁਸੀਂ ਪਰਮਾਤਮਾ ਨੂੰ ਪਾਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਸਿਮਰਨ ਕਰਨਾ ਪਵੇਗਾ। ਆਉਣ ਜਾਣ ਦੇ ਚੱਕਰਾਂ 'ਚ ਮੁਕਤ ਹੋਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਸਿਮਰਨ ਕਰਨਾ ਪਵੇਗਾ। ਪਰਮਾਤਮਾ ਨੂੰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਸਿਮਰਨ ਕਰਨਾ ਪਵੇਗਾ, ਬੰਦਗੀ ਕਰਨੀ ਪਵੇਗੀ। ਬਿਨਾਂ ਭਗਤੀ ਤੋਂ ਪਰਮਾਤਮਾ ਮਿਲਣ ਵਾਲਾ ਨਹੀਂ ਹੈਗਾ, ਬਿਨਾਂ ਭਗਤੀ ਤੋਂ ਛੁਟਕਾਰਾ ਹੋਣ ਵਾਲਾ ਨਹੀਂ ਹੈਗਾ, ਬਿਨਾਂ ਭਗਤੀ ਤੋਂ, ਬਿਨਾਂ ਸਿਮਰਨ ਤੋਂ ਸੁੱਖ ਮਿਲਣ ਵਾਲਾ ਨਹੀਂ ਹੈਗਾ। ਅਗਰ ਤੁਸੀਂ ਸੁੱਖਾਂ ਤੋਂ, ਦੁੱਖਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਬੰਦਗੀ ਕਰਿਆ ਕਰੋ, ਸਿਮਰਨ ਕਰਿਆ ਕਰੋ, ਕਿਉਂਕਿ ਸਾਰੇ ਦੁੱਖਾਂ ਦੀ ਦਵਾਈ ਸਿਮਰਨ ਹੈ। ਇਸ ਲਈ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਿਆ ਕਰੋ। ਜਿਸ ਤਰ੍ਹਾਂ ਸੇਠ ਨੂੰ ਜਦੋਂ ਫਕੀਰ ਨੇ ਕਿਹਾ ਕਿ ਸੇਠ ਤੂੰ ਇੰਨਾ ਪਰੇਸ਼ਾਨ ਕਾਹਦਾ ਆ, ਇੰਨਾ ਰੋਣਾ ਕਾਹਦੇ ਪਿਆ ਆ? ਕਹਿੰਦਾ ਮਹਾਰਾਜ ਮੇਰਾ ਸਭ ਕੁਝ ਚਲਾ ਗਿਆ, ਮੈਂ ਕਰੋੜਪਤੀ ਸੀ, ਮੈਂ ਰੋੜਪਤੀ ਹੋ ਗਿਆ ਹਾਂ, ਮੇਰਾ ਸਭ ਕੁਝ ਚਲਾ ਗਿਆ। ਤੇ ਫਕੀਰ ਨੇ ਕਿਹਾ ਸੇਠ ਜੇ ਤੇਰਾ ਉਹ ਸਭ ਕੁਝ ਆਪਣਾ ਸੀ ਫਿਰ ਚਲਾ ਕਾਹਤੇ ਗਿਆ? ਤੂੰ ਕਹਿੰਦਾ ਮੇਰਾ ਸਭ ਕੁਝ ਚਲਾ ਗਿਆ, ਜਦ ਤੇਰਾ ਉਹ ਹੈ ਸੀ, ਤੇਰਾ ਉਹ ਆਪਣਾ ਸੀ, ਫਿਰ ਉਹ ਚਲਾ ਕਾਹਤੇ ਗਿਆ? ਫਿਰ ਤੂੰ ਜੋ ਸੰਸਾਰ ਵਿੱਚ ਆਇਆ ਉਦੋਂ ਤੂੰ ਖਾਲੀ ਹੱਥ ਆਇਆ, ਉਦੋਂ ਵੀ ਤੂੰ ਕੁਝ ਲੈ ਕੇ ਨਹੀਂ ਆਇਆ। ਫਿਰ ਚਿੰਤਾ ਕਾਹਦੀ ਆ, ਫਿਰ ਪਰੇਸ਼ਾਨੀ ਕਾਹਦੀ ਆ? ਫਿਰ ਜਦੋਂ ਅੰਤ ਸਮੇਂ ਸੰਸਾਰ ਵਿੱਚ ਜਾਣਾ ਆ ਉਦੋਂ ਵੀ ਤੂੰ ਖਾਲੀ ਹੱਥ ਜਾਣਾ, ਉਦੋਂ ਤੂੰ ਸੰਸਾਰ ਵਿੱਚ ਇੱਕ ਤਿਨਕਾ ਵੀ ਨਹੀਂ ਲੈ ਕੇ ਜਾ ਸਕਦਾ। ਫਿਰ ਟੈਨਸ਼ਨ ਕਾਹਦੀ ਆ? ਆਇਆ ਖਾਲੀ ਹੱਥ, ਜਾਣਾ ਖਾਲੀ ਹੱਥ, ਫਿਰ ਇੰਨਾ ਬੋਝ ਕਾਹਦਾ ਪਾਇਆ, ਇੰਨਾ ਭਾਰ ਕਾਹਦਾ ਚੱਕਿਆ ਹੋਇਆ? ਚਿੰਤਾ ਨਾ ਕਰਿਆ ਕਰੋ। ਜਦੋਂ ਬੱਚਾ ਜਨਮ ਲੈਂਦਾ ਨਾ ਤਾਂ ਜਨਮ ਲੈਂਦੇ ਸਾਰੀ ਤਾਂ ਮਾਂ ਦੇ ਦੁੱਧ ਆ ਜਾਂਦਾ ਹਨਾ। ਪਹਿਲਾਂ ਨਹੀਂ ਦੁੱਧ ਆਉਂਦਾ, ਜਦੋਂ ਬੱਚੀ ਦਾ ਵਿਆਹ ਹੁੰਦਾ, ਲੜਕੀ ਦਾ ਵਿਆਹ ਹੁੰਦਾ, ਪਹਿਲਾਂ ਨਹੀਂ ਦੁੱਧ ਆਉਂਦਾ। ਪਰ ਜਦੋਂ ਵਿਆਹ ਕੇ ਆਪਣੇ ਘਰ ਚਲੀ ਜਾਂਦੀ ਆ, ਜਦੋਂ ਬੱਚੇ ਨੂੰ ਜਨਮ ਦਿੰਦੀ ਆ ਤਾਂ ਉਹ ਬੱਚੇ ਦਾ ਜੋ ਜਨਮ ਹੋ ਜਾਂਦਾ ਜਦੀ ਦੁੱਧ ਆ ਜਾਂਦਾ ਦੁੱਧ ਹੈ ਨਾ, ਕਿਉਂਕਿ ਪਰਮਾਤਮਾ ਨੇ ਹਰ ਚੀਜ਼ ਦਾ ਇੰਤਜ਼ਾਮ ਪਹਿਲਾਂ ਹੀ ਕਰਕੇ ਰੱਖਿਆ ਹੈ। ਪਰਮਾਤਮਾ ਦੀ ਖੇਡਾਂ ਤਾਂ ਹੀ ਸਮਝ ਆਉਂਗੀਆਂ ਜੇ ਅਸੀਂ ਰੋਜ਼ ਬੰਦਗੀ ਕਰਾਂਗੇ, ਰੋਜ਼ ਸਿਮਰਨ ਕਰਾਂਗੇ, ਆਪਣੇ ਗੁਰੂ ਦਾ ਕਹਿਣਾ ਮੰਨਾਂਗੇ। ਮਾਂ ਦੇ ਗਰਭ ਦੇ ਵਿੱਚ, ਪੇਟ ਦੇ ਵਿੱਚ ਬੱਚਾ 9 ਮਹੀਨੇ ਰਹਿੰਦਾ ਹੈ, ਕੋਈ 10 ਮਹੀਨੇ ਰਹਿੰਦਾ ਹੈ। ਉਹ ਪੇਟ ਦੇ ਵਿੱਚ ਉਹਨੂੰ ਕੌਣ ਪਾਲਦਾ ਪਿਆ, ਕੌਣ ਉਹਨੂੰ ਸਾਹ ਦੇ ਰਿਹਾ, ਕੌਣ ਉਹਨੂੰ ਖੁਰਾਕ ਦੇ ਰਿਹਾ? ਪਰਮਾਤਮਾ ਮਾਂ ਦੇ ਗਰਭ ਵਿੱਚ ਜਦੋਂ ਬੱਚਾ ਹੁੰਦਾ ਉਹਦੀ ਸੰਭਾਲ ਕਰਦਾ ਹੈ ਪਰਮਾਤਮਾ। ਇਨਸਾਨ ਦੇ ਹੱਥ ਕੀ ਆ? ਅਸੀਂ ਫਿਰ ਵੀ ਇੰਨਾ ਬੋਝ ਪਾਇਆ ਹੋਇਆ। ਜਿਹੜਾ ਗਰਭ ਦੇ ਵਿੱਚ ਅੰਦਰ, ਪੇਟ ਦੇ ਅੰਦਰ ਜੋ ਬੱਚਾ ਹੁੰਦਾ ਉਦੋਂ ਪਰਮਾਤਮਾ ਸੰਭਾਲ ਕਰਦਾ ਹੈ ਹਨਾ। ਬੱਚਾ ਜਦੋਂ ਜਨਮ ਲੈ ਲੈਂਦਾ ਉਹਦੇ ਦੁੱਧ ਦਾ ਇੰਤਜ਼ਾਮ ਪਰਮਾਤਮਾ ਕਰਦਾ ਹੈ।
ਫਿਰ ਅਸੀਂ ਚਿੰਤਾ ਟੈਨਸ਼ਨਾਂ ਕਾਹਦੀ ਪਾਈਆਂ, ਕਾਹਦਾ ਇੰਨਾ ਬੋਝ ਪਾਇਆ। ਤੁਸੀਂ ਅੱਛੇ ਕਰਮ ਕਰੋ, ਸਾਰਿਆਂ ਨਾਲ ਪ੍ਰੇਮ ਕਰੋ, ਸਭ ਦਾ ਸਤਿਕਾਰ ਕਰੋ, ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ, ਤੁਹਾਡਾ ਜੀਵਨ ਵਧੀਆ ਹੋ ਜਾਏਗਾ। ਬਸ ਤੁਸੀਂ ਅੰਮ੍ਰਿਤ ਵੇਲਾ ਸੰਭਾਲਣ ਦੀ ਕੋਸ਼ਿਸ਼ ਕਰੋ। ਬਸ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਦਾ ਅਭਿਆਸ ਜ਼ਰੂਰ ਕਰੋ। ਤੁਸੀਂ ਰੋਜ਼ ਬੰਦਗੀ ਕਰੋਗੇ, ਰੋਜ਼ ਭਗਤੀ ਕਰੋਗੇ, ਤੁਹਾਡਾ ਜੀਵਨ ਆਸਾਨ ਹੋ ਜਾਏਗਾ। ਤੁਸੀਂ ਪੈਸਿਆਂ ਪਿੱਛੇ ਭੱਜੀ ਜਾ ਰਹੇ ਹੋ, ਪੈਸਿਆਂ ਪਿੱਛੇ ਦੌੜੀ ਜਾ ਰਹੇ ਹੋ, ਹਨਾ, ਆਪਣੇ ਜੀਵਨ ਦੇ ਮਕਸਦ ਨੂੰ ਭੁੱਲੀ ਜਾ ਰਹੇ ਹੋ, ਔਰ ਇਸ ਪੈਸੇ ਦੀ ਦੌੜ ਦੇ ਵਿੱਚ ਪਰਮਾਤਮਾ ਤੁਸੀਂ ਮਹਿਸੂਸ ਹੀ ਨਹੀਂ ਕਰਦੇ ਕਿ ਪਰਮਾਤਮਾ ਮੇਰੇ ਨਾਲ ਹੈਗਾ। ਪਰਮਾਤਮਾ ਹਰ ਸਮੇਂ ਤੁਹਾਡੇ ਨਾਲ ਆ, 24 ਘੰਟੇ ਤੁਹਾਡੇ ਨਾਲ ਆ, ਪਲ ਪਲ ਤੁਹਾਡੇ ਨਾਲ ਆ। ਪਰਮਾਤਮਾ ਨੇੜੇ ਤੋਂ ਵੀ ਨੇੜੇ ਆ, ਪਰ ਤੁਸੀਂ ਤਾਂ ਮਹਿਸੂਸ ਕਰੋਗੇ ਜੇ ਤੁਸੀਂ ਇਕਾਗਰ ਹੋ ਕੇ ਬੈਠੋਗੇ, ਰੋਜ਼ ਸਿਮਰਨ ਦਾ ਅਭਿਆਸ ਕਰੋਗੇ, ਰੋਜ਼ ਬੰਦਗੀ ਕਰੋਗੇ। ਬਸ ਮੇਰੀ ਆਪ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਆ, ਆਪਣੇ ਜੀਵਨ ਨੂੰ ਵਿਅਰਥ ਨਾ ਕਰੋ, ਆਪਣੇ ਜੀਵਨ ਨੂੰ ਲੜਾਈ ਝਗੜਿਆਂ ਵਿੱਚ ਖਰਾਬ ਨਾ ਕਰੋ, ਆਪਣੇ ਸਵਾਸਾਂ ਨੂੰ ਵਿਅਰਥ ਨਾ ਕਰੋ। ਪਰਮਾਤਮਾ ਨੇ ਰੋਜ਼ ਤੁਹਾਨੂੰ 24,000 ਸਵਾਸ ਦਿੱਤੇ ਆ, ਰੋਜ਼ ਨਵਾਂ ਦਿਨ ਮਿਲਦਾ ਪਿਆ ਤੁਹਾਨੂੰ ਜੀਣ ਦੇ ਲਈ। ਇਹਨੂੰ ਲੇਖੇ ਲਗਾ ਲਓ। ਜੋ ਸਮਾਂ ਬੀਤ ਗਿਆ ਉਹ ਹੱਥ ਨਹੀਂ ਆਣਾ, ਪਰ ਜੋ ਆਉਣ ਵਾਲਾ ਸਮਾਂ ਆ ਘੱਟੋ ਘੱਟ ਉਹਦੀ ਤਾਂ ਸੰਭਾਲ ਕਰ ਲਓ। ਪਹਿਲਾਂ ਜੋ ਸਮਾਂ ਬੀਤ ਗਿਆ ਉਹਦੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ। ਜੋ ਬੀਤ ਗਿਆ ਉਹ ਵਾਪਸ ਆਉਣ ਵਾਲਾ ਨਹੀਂ ਹੈਗਾ, ਪਰ ਜੋ ਅੱਗੇ ਸਮਾਂ ਹੈਗਾ ਉਹ ਤੁਹਾਡੇ ਹੱਥ ਵਿੱਚ ਹੈਗਾ ਆ। ਅੱਗੇ ਆਉਣ ਵਾਲਾ ਸਮਾਂ ਦਾ ਤੁਸੀਂ ਸੰਭਾਲ ਲਓ। ਇਹ ਨਾ ਕਿ ਸੋਚ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਮਤਲਬ ਹੁਣੀ ਖਾ ਪੀ ਲਓ, ਐਸ਼ ਕਰ ਲਓ, ਅਗਲਾ ਕਿਹਨਾਂ ਦੇਖਿਆ। ਇਹ ਕਿਸੇ ਭੁਲੇਖੇ 'ਚ ਨਾ ਰਹੀਓ। ਇਹ ਮੂਰਖ ਲੋਕ ਕਹਿੰਦੇ ਨੇ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਆ। ਸਮਝਦਾਰ ਲੋਕ ਆਪਣੇ ਜੀਵਨ ਦੀ ਸੰਭਾਲ ਕਰਦੇ ਆ। ਬਸ ਮੈਂ ਬਾਰ-ਬਾਰ ਆਪਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ, ਜੇ ਤੁਸੀਂ ਆਪਣੇ ਗੁਰੂਆਂ ਨੂੰ ਪਿਆਰ ਕਰਦੇ ਹੋ, ਸੰਤਾਂ ਮਹਾਂਪੁਰਸ਼ਾਂ ਨੂੰ, ਫਕੀਰਾਂ ਨੂੰ ਪਿਆਰ ਕਰਦੇ ਹੋ, ਤਾਂ ਰੋਜ਼ ਬੰਦਗੀ ਕਰਿਆ ਕਰੋ, ਅੰਮ੍ਰਿਤ ਵੇਲਾ ਸੰਭਾਲਣ ਦੀ ਕੋਸ਼ਿਸ਼ ਕਰੋ। ਸਵੇਰੇ ਉੱਠ ਕੇ ਜੋ ਵੀ ਤੁਸੀਂ ਗੁਰੂ ਕੋਲੋਂ ਨਾਮ ਸ਼ਬਦ ਲਿੱਤਾ ਆ, ਉਹ ਸ਼ਬਦ ਦਾ ਅਭਿਆਸ ਕਰੋ। ਆਪਣੇ ਅੰਤਰ ਦੋਵੇਂ ਅੱਖਾਂ ਬੰਦ ਕਰਕੇ ਸ਼ਾਂਤ ਹੋ ਕੇ ਬੈਠ ਜਾਓ। ਆਪਣੇ ਦੋਵਾਂ ਅੱਖਾਂ ਦੇ ਵਿਚਕਾਰ ਇੱਥੇ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ। ਇੱਕ ਦਿਨ 2 ਦਿਨ ਕਰਨ ਵਾਲਾ ਕੰਮ ਨਹੀਂ, ਰੋਜ਼ ਕਰਨ ਵਾਲਾ ਕੰਮ। ਘੱਟੋ ਘੱਟ ਕੋਸ਼ਿਸ਼ ਕਰਨੀ ਆ ਕਿ 2-2.5 ਘੰਟੇ ਬੈਠਣ ਦੀ। ਆਪਣੀ 2-2.5 ਘੰਟੇ ਤੱਕ ਸਿਟਿੰਗ ਲੈ ਕੇ ਆਓ ਆਪਣੀ। ਤਾਂ ਹੀ ਗ੍ਰਹਿਸਥ ਵਿੱਚ ਪਰਮਾਤਮਾ, ਗੁਰੂ ਮਹਾਰਾਜ ਕਹਿੰਦੇ ਗ੍ਰਹਿ ਸਭ ਤੋਂ ਵੱਡਾ ਆਸ਼ਰਮ ਗ੍ਰਹਿਸਥ ਆਸ਼ਰਮ ਆ। ਗ੍ਰਹਿਸਥ ਆਸ਼ਰਮ ਵਿੱਚ ਪਰਮਾਤਮਾ ਜਲਦੀ ਮਿਲਦਾ ਹੈ, ਕਿਉਂਕਿ ਸਾਡੇ ਬੱਚਿਆਂ ਦੇ ਫਰਜ਼ ਨਿਭਾਉਣੇ ਪੈਂਦੇ ਆ, ਮਾਂ-ਬਾਪ ਦੇ ਪ੍ਰਤੀ, ਘਰ ਵਾਲੇ ਪ੍ਰਤੀ, ਘਰ ਵਾਲੀ ਦੇ ਪ੍ਰਤੀ, ਸਮਾਜ ਦੇ ਪ੍ਰਤੀ ਜੋ ਫਰਜ਼ ਆ ਉਹ ਨਿਭਾ ਕੇ ਅਸੀਂ ਸਮੇਂ ਵਿੱਚੋਂ ਸਮਾਂ ਕੱਢ ਕੇ ਪ੍ਰਭੂ ਦੀ ਯਾਦ 'ਚ ਬਹਿਣਾ ਹੁੰਦਾ ਹੈ। ਇਸ ਕਰਕੇ ਸਾਨੂੰ ਗ੍ਰਹਿਸਥ ਆਸ਼ਰਮ ਵਿੱਚ ਪਰਮਾਤਮਾ ਜਲਦੀ ਮਿਲਦਾ ਹੈ। ਉਹ ਤਾਂ ਮਿਲੇਗਾ ਜੇ ਅਸੀਂ ਰੋਜ਼ ਘੱਟੋ ਘੱਟ 24 ਘੰਟੇ 10ਵਾਂ ਹਿੱਸਾ 2.5 ਘੰਟੇ ਕੱਢਾਂਗੇ। ਇੰਨਾ ਅਭਿਆਸ ਸਾਡਾ ਰੋਜ਼ ਦਾ ਹੋਣਾ ਚਾਹੀਦਾ ਹੈ। ਅੱਜ ਤੁਸੀਂ ਅੱਧਾ ਘੰਟਾ ਬੈਠੋ, 1 ਮਹੀਨਾ ਬੈਠੋ, ਹੌਲੀ ਹੌਲੀ ਫਿਰ 10 ਮਿੰਟ ਵਧਾ ਦਿਓ, ਹਨਾ, ਫਿਰ ਹੌਲੀ ਹੌਲੀ ਫਿਰ 10 ਮਿੰਟ ਵਧਾ ਦਿਓ। ਇੱਦਾਂ ਹੌਲੀ ਹੌਲੀ ਕਰਕੇ ਆਪਣੀ ਸੀਟਿੰਗ 2-2.5 ਘੰਟੇ ਤੱਕ ਲੈ ਕੇ ਆਓ। ਜੋ ਤੁਸੀਂ ਰੋਜ਼ ਪ੍ਰੈਕਟਿਸ ਕਰੋਗੇ, ਰੋਜ਼ ਅਭਿਆਸ ਕਰੋਗੇ, ਤੁਹਾਨੂੰ ਅਨੁਭਵ ਹੋਵੇਗਾ। ਆਪਣੀਆਂ ਇਹਨਾਂ ਅੱਖਾਂ ਨਾਲ ਤੁਸੀਂ ਦੇਖ ਸਕਦੇ ਹੋ, ਇਹਨਾਂ ਕੰਨਾਂ ਨਾਲ ਅੰਦਰ ਦੀਆਂ ਆਵਾਜ਼ਾਂ ਸੁਣ ਸਕਦੇ ਹੋ। ਘੱਟੋ ਘੱਟ ਤੁਸੀਂ ਆਪਣੇ ਆਪ ਤੇ ਵਿਸ਼ਵਾਸ, ਆਪਣੇ ਆਪ ਤੇ ਦਾ ਭਰੋਸਾ ਕਰ ਲਓ, ਕਿਸੇ ਤੇ ਨਾ ਕਰੋ। ਆਪਣੀ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕਰੋ, ਆਪਣੇ ਕੰਨਾਂ ਨਾਲ ਸੁਣਨ ਦੀ ਕੋਸ਼ਿਸ਼ ਕਰੋ। ਅੰਦਰ ਇੰਨਾ ਆਨੰਦ ਆ, ਅੰਦਰ ਇੰਨਾ ਸੁੱਖ ਆ, ਤੁਸੀਂ ਬਾਹਰ ਦੇ ਸੁੱਖ ਸਾਰੇ ਭੁੱਲ ਜਾਓਗੇ। ਤੁਹਾਡੀ ਜ਼ਿੰਦਗੀ ਵਿੱਚ ਠਹਿਰਾਵ ਆ ਜਾਏਗਾ, ਠਹਿਰਾਵ। ਜਦੋਂ ਤੁਸੀਂ ਠਹਿਰਾਵ ਆਉਣਾ ਸ਼ੁਰੂ ਹੋ ਗਿਆ, ਤੁਹਾਡਾ ਅਭਿਆਸ ਪੱਕਾ ਹੋ ਗਿਆ, ਤੁਹਾਡੇ ਜੀਵਨ ਵਿੱਚ ਸ਼ਾਂਤੀ ਆ ਜਾਣੀ ਹੈ, ਸੁੱਖ ਹੀ ਸੁੱਖ ਆ ਜਾਣਾ। ਤੁਹਾਡੀਆਂ ਪਰੇਸ਼ਾਨੀਆਂ ਸਾਰੀਆਂ ਖਤਮ ਹੋ ਜਾਣੀਆਂ। ਪਰ ਸ਼ੁਰੂਆਤ ਤੁਹਾਨੂੰ ਆਪਣੇ ਆਪ ਤੋਂ ਕਰਨੀ ਪੈਣੀ, ਮਿਹਨਤ ਤੁਹਾਨੂੰ ਆਪ ਕਰਨੀ ਪੈਣੀ। ਅੰਮ੍ਰਿਤ ਵੇਲੇ ਸੰਭਾਲ ਕਰੋ,
ਨਿਤਨੇਮ ਕਰਕੇ ਆਪਣਾ ਸਿਮਰਨ ਦਾ ਅਭਿਆਸ ਕਰਕੇ ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਤੁਸੀਂ ਕਰਿਆ ਕਰੋ। ਆਪ ਵੀ ਬੈਠੋ, ਆਪਣੇ ਬੱਚਿਆਂ ਨੂੰ ਵੀ ਨਾਲ ਬਿਠਾਇਆ ਕਰੋ, ਤੁਹਾਡਾ ਜੀਵਨ ਵਧੀਆ ਨਿਕਲੇ। ਠੀਕ ਹੈ, ਜੋ ਅਸੀਂ ਪਿਛਲੇ ਜਨਮਾਂ 'ਚ ਕਰਮ ਕੀਤੇ ਆ ਉਸ ਹਿਸਾਬ ਨਾਲ ਸਾਨੂੰ ਇਹ ਜਨਮ ਮਿਲਿਆ। ਪਿੱਛੇ ਜੋ ਕਰਮ ਕੀਤੇ ਆ ਉਹਦੇ ਹਿਸਾਬ ਨਾਲ ਸਾਨੂੰ ਅਮੀਰੀ ਗਰੀਬੀ ਮਿਲੀ ਆ, ਦੁੱਖ ਸੁੱਖ ਮਿਲਿਆ, ਹਨਾ। ਤੇ ਪਰ ਜਿਹੜਾ ਅੱਗੇ ਆਉਣ ਵਾਲਾ ਸਮਾਂ ਹੈ ਉਹ ਤੁਹਾਡੇ ਹੱਥ ਵਿੱਚ ਹੈਗਾ। ਤੁਸੀਂ ਆਪਣਾ ਆਉਣ ਵਾਲਾ ਸਮਾਂ ਬਦਲ ਸਕਦੇ ਹੋ, ਭਵਿੱਖ ਆਪਣਾ ਬਦਲ ਸਕਦੇ ਹੋ। ਜ਼ਿੰਦਗੀ ਰੋ ਕੇ ਗੁਜ਼ਾਰਨੀ ਆ, ਇਹ ਵੀ ਤੁਹਾਡੇ ਹੱਥ ਆ। ਜ਼ਿੰਦਗੀ ਹੱਸ ਕੇ ਗੁਜ਼ਾਰਨੀ ਆ, ਇਹ ਵੀ ਤੁਹਾਡੇ ਹੱਥ ਆ। ਮੈਂ ਬਾਰ-ਬਾਰ ਇੱਕ ਗੱਲ ਕਹਿਣਾ ਹੁੰਦਾ, ਹਮੇਸ਼ਾ ਗੱਲ ਕਹਿਣਾ, ਸੱਚੀਆਂ ਗੱਲਾਂ ਇਹ ਕੋੜੀਆਂ ਗੱਲਾਂ ਆ। ਤੁਸੀਂ ਦੁਖੀ ਹੋ, ਇਹ ਵੀ ਤੁਹਾਡੇ ਆਪ ਦੇ ਕਰਮ ਆ। ਤੁਸੀਂ ਸੁਖੀ ਹੋ, ਇਹ ਵੀ ਤੁਹਾਡੇ ਆਪ ਦੇ ਕਰਮ ਆ। ਤੁਹਾਡੇ ਕੋਲ ਕੁੜੀਆਂ ਹੈਗੀਆਂ, ਮੁੰਡਾ ਨਹੀਂ ਹੈਗਾ, ਇਹ ਵੀ ਤੁਹਾਡੇ ਆਪ ਦੇ ਕਰਮ ਆ। ਤੁਹਾਡੇ ਕੋਲ ਮੁੰਡੇ ਹੈਗੇ, ਧੀਆਂ ਨਹੀਂ ਹੈਗੇ, ਇਹ ਵੀ ਤੁਹਾਡੇ ਆਪ ਦੇ ਕਰਮ ਆ। ਤੁਸੀਂ ਦੁਖੀ ਹੋ, ਇਹ ਵੀ ਤੁਹਾਡੇ ਆਪ ਦੇ ਕਰਮ ਆ। ਤੁਸੀਂ ਸੁਖੀ ਹੋ, ਇਹ ਵੀ ਤੁਹਾਡੇ ਆਪ ਦੇ ਕਰਮ ਆ। ਇਹਦੇ ਵਿੱਚ ਪਰਮਾਤਮਾ ਦਾ, ਗੁਰੂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਗੁਰੂ ਤੁਹਾਨੂੰ ਦੁੱਖ ਸਹਿਣ ਦੀ ਸ਼ਕਤੀ ਦੇਵੇਗਾ, ਕਿਉਂਕਿ ਭਗਤੀ ਦੇ ਵਿੱਚ, ਸਿਮਰਨ ਦੇ ਵਿੱਚ ਬੜੀ ਤਾਕਤ ਆ। ਤੁਹਾਡੇ ਵੱਡੇ ਵੱਡੇ ਦੁੱਖਾਂ ਨੂੰ ਛੋਟੇ ਛੋਟੇ ਕਰ ਦੇਗਾ, ਸੂਲੀ ਦੇ ਸੂਲ ਬਣਾ ਦੇਗਾ, ਪਰ ਤੁਹਾਨੂੰ ਕਰਮਾਂ ਦਾ ਭੁਗਤਾਨ ਕਰਨਾ ਪਵੇਗਾ। ਜਿਹੜੇ ਕਹਿੰਦੇ ਆ ਨਾ ਕਿ ਆ ਹਵਨ ਜਗ ਕਰੋ, ਤੁਹਾਨੂੰ ਕਰਮਾਂ ਤੋਂ ਛੁਟਕਾਰਾ ਮਿਲ ਜਾਏਗਾ, ਤੁਹਾਨੂੰ ਮੋਕਸ਼ ਮਿਲ ਜਾਏਗਾ, ਜਾਂ ਇੰਨੀਆਂ ਤੀਰਥ ਯਾਤਰਾ ਕਰੋ, ਇੱਥੇ ਨਹਾਓ, ਤੁਹਾਨੂੰ ਮੋਕਸ਼ ਮਿਲ ਜਾਏਗਾ, ਤੁਹਾਡੇ ਕਰਮ ਕੱਟੇ ਜਾਣਗੇ, ਇਦਾਂ ਕੁਝ ਵੀ ਹੋਣ ਵਾਲਾ ਨਹੀਂ ਹੈਗਾ। ਸਾਰੇ ਲੋਕ ਆਵੀਂ ਅੰਧ ਵਿਸ਼ਵਾਸ ਦਾ ਜੋ ਵੀ ਆ, ਇਹਨਾਂ ਚੱਕਰਾਂ 'ਚ ਨਹੀਂ ਪੈਣਾ, ਇਹਨਾਂ ਲੋਕਾਂ ਦੇ ਮਗਰ ਨਹੀਂ ਲੱਗਣਾ ਹੈਗਾ। ਇਹੋ ਜਿਹਾ ਸੰਸਾਰ ਵਿੱਚ ਕੋਈ ਸਿਸਟਮ ਨਹੀਂ ਹੈਗਾ। ਇਨਸਾਨ ਨੇ ਜਿਹੋ ਜਿਹੇ ਕਰਮ ਕੀਤੇ ਆ ਉਹਨੂੰ ਉਹ ਜਿਹਾ ਫਲ ਮਿਲਣਾ ਹੀ ਮਿਲਣਾ ਆ। ਇਸ ਸੰਸਾਰ ਵਿੱਚ ਚਾਹੇ ਗੁਰੂ ਆਇਆ, ਕੋਈ ਸੰਤ ਮਹਾਂਪੁਰਸ਼ ਆ, ਚਾਹੇ ਫਕੀਰ ਆਇਆ, ਚਾਹੇ ਪਰਮਾਤਮਾ, ਕੋਈ ਵੀ ਇਸ ਸੰਸਾਰ ਵਿੱਚ ਆਇਆ, ਉਹਨੂੰ ਸੰਸਾਰ ਦੇ ਨਿਯਮਾਂ ਦੀ ਪਾਲਣਾ ਕਰਨੀ ਪਈ ਹੈ। ਸਭ ਨੂੰ ਦੁੱਖ ਸਹਿਣੇ ਪਏ ਆ, ਤੇ ਇਸ ਲਈ ਆਪਣੇ ਦੁੱਖਾਂ ਤੋਂ ਭੱਜੋ ਨਾ। ਠੀਕ ਹੈ, ਬਾਰ-ਬਾਰ ਕਹਿੰਦੇ ਆ, ਦੁਖੀ ਹੋ, ਇਹ ਵੀ ਤੁਹਾਡੇ ਆਪ ਦੇ ਕਰਮ ਆ। ਤੁਸੀਂ ਸੁਖੀ ਹੋ, ਇਹ ਵੀ ਤੁਹਾਡੇ ਆਪ ਦੇ ਕਰਮ। ਇਹਦੇ ਵਿੱਚ ਗੁਰੂ ਦਾ, ਪਰਮਾਤਮਾ ਦਾ ਕੋਈ ਦੇਣਾ ਲੈਣਾ ਨਹੀਂ ਹੈਗਾ। ਤੁਸੀਂ ਬੰਦਗੀ ਕਰੋਗੇ, ਤੁਸੀਂ ਭਗਤੀ ਕਰੋਗੇ, ਤੁਹਾਡੇ ਦੁੱਖ ਸਹਿਣ ਦੀ ਤੁਹਾਨੂੰ ਸ਼ਕਤੀ ਮਿਲ ਜਾਵੇਗੀ। ਫਿਰ ਜਿਹੜੇ ਵੱਡੇ ਵੱਡੇ ਤੁਹਾਡੇ ਦੁੱਖ ਆ ਉਹ ਸੂਲੀ ਦੇ ਸੂਲ ਬਣ ਜਾਓਗੇ, ਵੱਡੇ ਵੱਡੇ ਦੁੱਖ ਛੋਟੇ ਛੋਟੇ ਬਣ ਜਾਓਗੇ। ਆਉਂਗੇ ਜ਼ਰੂਰ, ਤੁਹਾਨੂੰ ਮਹਿਸੂਸ ਨਹੀਂ ਹੋਣੇ। ਹਵਾ ਦੇ ਝੋਂਕੇ ਵਾਂਗੂ ਆਉਂਗੇ, ਹਵਾ ਦੇ ਝੋਂਕੇ ਵਾਂਗੂ ਚਲੇ ਜਾਣਗੇ। ਇਹ ਸਿਮਰਨ ਦੇ ਵਿੱਚ ਤਾਕਤ ਆ, ਬੰਦਗੀ ਵਿੱਚ ਤਾਕਤ ਆ। ਐਵੇਂ ਅੰਧ ਵਿਸ਼ਵਾਸ ਨਾ ਪਓ। ਕੋਈ ਆਪਣੇ ਦੁੱਖਾਂ ਤੋਂ ਬਚਣ ਲਈ ਕੋਈ ਨਾਰੀਅਲ ਪਾਣੀ ਸੁੱਟੀ ਜਾ ਰਿਹਾ, ਕੋਈ ਧਾਗੇ ਤਵੀਤ ਬਣਾ ਪਾਈ ਜਾ ਰਿਹਾ, ਕੋਈ ਧਾਗੇ ਤਵੀ ਬਣਾ ਕੇ ਘਰਾਂ 'ਚ ਲਟਕਾਈ ਜਾ ਰਿਹਾ, ਕੋਈ ਦੁਕਾਨਾਂ 'ਤੇ ਲਟਕਾਈ ਜਾ ਰਿਹਾ, ਹਨਾ। ਕੋਈ ਕੁਛ ਕਿਤੇ ਬਹਾ ਰਿਹਾ, ਕੋਈ ਕਿਤੇ ਜਦ ਟੂਣੇ ਕਰੀ ਜਾ ਰਿਹਾ, ਸਭ ਪੁੱਠੇ ਕੰਮ ਕਰੀ ਜਾ ਰਹੇ ਆ। ਇਹ ਮੂਰਖ ਇਨਸਾਨ ਆ, ਮਨਮੁਖ ਇਨਸਾਨ ਆ ਜਿਹੜੇ ਲੋਕ ਇਹ ਕੰਮ ਕਰਮ ਕਰਦੇ ਨੇ। ਮੂਰਖ ਇਨਸਾਨ ਆਪਣੇ ਦੁੱਖਾਂ ਤੋਂ ਭੱਜਦੇ ਨੇ, ਤਰ੍ਹਾਂ ਤਰ੍ਹਾਂ ਉਪਾਅ ਕਰਨ ਦੀ ਕੋਸ਼ਿਸ਼ ਕਰਦੇ ਕਿ ਮੈਂ ਸੁਖੀ ਹੋ ਜਾਵਾਂ। ਸੁਖੀ ਏਦਾਂ ਕਿੱਦਾਂ ਹੋ ਜਾਓਗੇ? ਕਰਮ ਤੁਸੀਂ ਮਾੜੇ ਕੀਤੇ, ਤੁਸੀਂ ਸੁਖੀ ਕਿੱਥੋਂ ਮਿਲ ਜਾਓਗੇ? ਤੁਹਾਨੂੰ ਸੁੱਖ ਕਿੱਥੋਂ ਮਿਲ ਜਾਵੇਗਾ? ਜਿਹੋ ਜਿਹੇ ਤੁਸੀਂ ਕਰਮ ਕੀਤੇ, ਇਹਦਾ ਭੁਗਤਾਨ ਤੁਹਾਨੂੰ ਕਰਨਾ ਪੈਣਾ। ਇਸ ਲਈ ਜਿਹੋ ਜਿਹੇ ਤੁਸੀਂ ਕਰਮ ਤੁਸੀਂ ਸਹਿ ਸਕਦੇ ਹੋ ਨਾ, ਉਹ ਜਿਹੇ ਕਰਮ ਕਰੋ। ਅਗਰ ਕਿਸੇ ਨੂੰ ਦੁੱਖ ਦਿੰਦੇ ਆ ਨਾ, ਤਾਂ ਉਹ ਦੁੱਖ ਦਿਓ ਜਿਹੜਾ ਤੁਸੀਂ ਸਹਿ ਸਕਦੇ ਹੋ ਆਪ। ਅੱਛੇ ਕਰਮ ਕਰੋ, ਸਾਰਿਆਂ ਨਾਲ ਪ੍ਰੇਮ ਕਰੋ, ਇੱਕ ਦੂਜੇ ਸਤਿਕਾਰ ਕਰੋ, ਇੱਕ ਦੂਜੇ ਦੀ ਸਹਾਇਤਾ ਕਰੋ, ਪਰ ਨਾਲ ਬੰਦਗੀ ਕਰੋ, ਭਗਤੀ ਕਰੋ। ਬਿਨਾ ਬੰਦਗੀ ਤੋਂ ਛੁਟਕਾਰਾ ਨਹੀਂ ਮਿਲਣ ਵਾਲਾ, ਬਿਨਾ ਭਗਤੀ ਤੋਂ ਪਰਮਾਤਮਾ ਮਿਲਣ ਵਾਲਾ ਨਹੀਂ ਹੈਗਾ। ਦਾਨ ਪੁੰਨ ਕਰਦੇ ਹੋ, ਲੰਗਰ ਲਗਾਉਂਦੇ ਹੋ, ਦੂਜਿਆਂ ਦਾ ਭਲਾ ਕਰਦੇ ਹੋ, ਸੋਨਾ ਚਾਂਦੀ ਦਾਨ ਕਰਦੇ ਹੋ, ਇਹਦੇ ਨਾਲ ਪਰਮਾਤਮਾ ਮਿਲਣ ਵਾਲਾ ਨਹੀਂ ਹੈਗਾ। ਇਨਸਾਨ ਹੋਣ ਦੇ ਨਾਤੇ, ਇਨਸਾਨੀਅਤ ਦੇ ਨਾਤੇ ਤੁਹਾਡਾ ਫਰਜ਼ ਆ ਇੱਕ ਦੂਜੇ ਨਾਲ ਪਿਆਰ ਪ੍ਰੇਮ ਕਰਨ ਦਾ, ਇੱਕ ਦੂਜੇ ਸਹਾਇਤਾ ਕਰਨ ਦਾ, ਇੱਕ ਦੂਜੇ ਦੀ ਹੈਲਪ ਕਰਨ ਦਾ। ਇਹ ਇਨਸਾਨੀਅਤ ਦਾ ਫਰਜ਼ ਆ।
ਪਰ ਇਹਦੇ ਨਾਲ ਪ੍ਰਮਾਤਮਾ ਮਿਲਣ ਵਾਲਾ ਨਹੀਂ ਹੈਗਾ। ਸੇਵਾ ਇੱਕ ਅਲੱਗ ਚੀਜ਼ ਆ, ਸਿਮਰਨ ਇੱਕ ਅਲੱਗ ਚੀਜ਼ ਆ। ਸਿਮਰਨ ਕਰਕੇ ਹੀ ਪ੍ਰਮਾਤਮਾ ਮਿਲਣਾ ਆ, ਸਿਮਰਨ ਕਰਕੇ ਹੀ ਪ੍ਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ, ਸਿਮਰਨ ਕਰਕੇ ਹੀ ਮੁਕਤੀ ਮਿਲਦੀ ਹੈ, ਸਿਮਰਨ ਕਰਕੇ ਹੀ ਆਉਣ ਜਾਣ ਦੇ ਚੱਕਰਾਂ ਚੋਂ ਮੁਕਤ ਹੋਣਾ ਹੈ, ਹਨਾ। ਸਿਮਰਨ ਕਰਕੇ ਹੀ ਦੁੱਖਾਂ ਦਾ ਛੁਟਕਾਰਾ ਮਿਲਣਾ ਹੈ। ਬਿਨਾਂ ਬੰਦਗੀ ਤੋਂ, ਬਿਨਾਂ ਭਗਤੀ ਤੋਂ, ਬਿਨਾਂ ਸਿਮਰਨ ਤੋਂ ਕੁਝ ਵੀ ਹੋਣ ਵਾਲਾ ਨਹੀਂ ਹੈਗਾ। ਇਹ ਗੱਲ ਹਮੇਸ਼ਾ ਪੱਲੇ ਬੰਨ੍ਹ ਲਓ। ਆਪਣੇ ਅੰਦਰ ਦੀਆਂ ਕਮੀਆਂ ਨੂੰ ਦੂਰ ਕਰੋ, ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰੋ, ਆਪਣੇ ਆਪ ਤੋਂ ਸ਼ੁਰੂਆਤ ਕਰੋ। ਜ਼ਿੰਦਗੀ ਬੜੀ ਪਿਆਰੀ ਜਿਹੀ, ਖੂਬਸੂਰਤ ਜ਼ਿੰਦਗੀ ਹੈ ਪਰਮਾਤਮਾ ਨੇ ਦਿੱਤੀ ਤੁਹਾਨੂੰ। ਇਹਦੀ ਕਦਰ ਕਰੋ, ਇਹਦੀ ਸੰਭਾਲ ਕਰੋ। ਜਿੰਨੇ ਵੀ ਸੰਤ ਮਹਾਂਪੁਰਸ਼ ਆਏ ਨੇ, ਗੁਰੂ ਆਏ, ਸੰਸਾਰ ਵਿੱਚ ਆਏ, ਸਾਰਿਆਂ ਨੇ ਇੱਕੋ ਕੰਮ ਤੁਹਾਨੂੰ ਦਿੱਤਾ, ਬੇਟੇ ਸਿਮਰਨ ਕਰੋ, ਬੇਟੇ ਸਿਮਰਨ ਕਰੋ, ਨਾਮ ਜਪੋ। ਨਾਨਕ ਨਾਮ ਜਹਾਜ਼ਾ ਚੜ੍ਹੇ ਸੂਤਰੇ ਪਾਰ, ਜਿਨੀ ਨਾਮ ਧਿਆਇਆ ਗਏ ਮੁਸਕਤ ਕਾਰ। ਨਾਮ ਜਪ ਕੇ ਹੀ ਤੁਹਾਡਾ ਛੁਟਕਾਰਾ ਮਿਲਣਾ ਆ। ਇੱਥੇ ਗੱਲਾਂ ਦਾ, ਇਦੂਤ ਦੀਆਂ ਗੱਲਾਂ ਦਾ ਕੋਈ ਕੰਮ ਨਹੀਂ ਹੈਗਾ। ਇਹ ਕਰਨੀ ਦਾ ਮਾਰਗ ਹੈ, ਕਰਨੀ ਦਾ ਮਾਰਗ, ਕਰਕੇ ਹੀ ਗੱਲ ਬਣਨੀ ਹੈ। ਜੇ ਤੁਸੀਂ ਆਪਣੇ ਗੁਰੂ ਨੂੰ ਪਿਆਰ ਕਰਦੇ ਹੋ, ਸੰਤਾਂ ਮਹਾਂਪੁਰਸ਼ਾਂ ਨੂੰ, ਫਕੀਰਾਂ ਨੂੰ ਪਿਆਰ ਕਰਦੇ ਹੋ, ਤਾਂ ਬੰਦਗੀ ਕਰਨੀ ਸ਼ੁਰੂ ਕਰੋ, ਭਗਤੀ ਕਰਨੀ ਸ਼ੁਰੂ ਕਰੋ। ਅੰਮ੍ਰਿਤ ਵੇਲੇ ਸੰਭਾਲ ਕਰੋ, ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ। ਇਸ ਕਰਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹੋ ਜਿਹੇ ਕਰਮ ਕਰੋ, ਕਬੀਰਾ ਜਬ ਹਮ ਆਏ ਜਗਤ ਮੇਂ, ਜਗ ਹੰਸਾ ਹਮ ਰੋਏ, ਐਸੇ ਕਰਨੀ ਕਰ ਚਲੋ, ਹਮ ਹੰਸੇ ਜਗ ਰੋਏ। ਇਹੋ ਜਿਹੀ ਕਮਾਈ ਕਰਕੇ ਸੰਸਾਰ ਵਿੱਚ ਜਾਓ। ਔਰ ਪ੍ਰਮਾਤਮਾ ਦੇ ਕੋਲੋਂ ਮੰਗਣਾ ਕੀ ਆ? ਸਾਈਂ ਇਤਨਾ ਦੀਜੀਏ, ਕੁਟੁੰਬ ਮੇਰਾ ਸਮਾਏ, ਮੈਂ ਵੀ ਭੂਖਾ ਨਾ ਰਹੂੰ, ਸਾਧੂ ਨਾ ਭੁੱਖਾ ਜਾਏ। ਕਿ ਪ੍ਰਮਾਤਮਾ ਇੰਨੀ ਕੁ ਕਿਰਪਾ ਕਰੀ ਕਿ ਮੈਂ ਵੀ ਭੁੱਖਾ ਨਾ ਰਵਾਂ, ਅਗਰ ਮੇਰੇ ਘਰ 'ਚ ਕੋਈ ਸਾਧੂ ਆਵੇ, ਕੋਈ ਅਤਿਥੀ ਮਹਿਮਾਨ ਆਵੇ, ਉਹ ਵੀ ਭੁੱਖਾ ਨਾ ਜਾਵੇ। ਸਾਈਂ ਇਤਨਾ ਦੀਜੀਏ, ਕੁਟੁੰਬ ਮੇਰਾ ਸਮਾਏ, ਮੈਂ ਵੀ ਭੂਖਾ ਨਾ ਰਹੂੰ, ਸਾਧੂ ਨਾ ਭੁੱਖਾ ਜਾਏ। ਇਹੋ ਜਿਹਾ ਇੰਨਾ ਕੁ ਪ੍ਰਮਾਤਮਾ ਕੋਲੋਂ ਮੰਗ ਲਿਆ ਕਰੋ, ਠੀਕ ਹੈ ਨਾ। ਜੇ ਤੁਸੀਂ ਮੰਗਣਾ ਹੀ ਚਾਹੁੰਦੇ ਹੋ, ਵੈਸੇ ਤਾਂ ਮੰਗਣ ਦੀ ਲੋੜ ਹੀ ਹੈ ਨਹੀਂ, ਕਿਉਂਕਿ ਉਹ ਤਾਂ ਸਾਰੇ ਦਿਲਾਂ ਦੀ ਜਾਣਨ ਵਾਲਾ ਆ, ਸੰਸਾਰ ਬਣਾਉਣ ਵਾਲਾ ਆ, ਠੀਕ ਹੈ ਨਾ। ਉਹਨੂੰ ਪਤਾ ਹੈ ਕਿ ਮੇਰੇ ਬੱਚੇ ਨੂੰ ਕਿਦੋਂ ਕੀ ਲੋੜ ਪੈ। ਜਿਸ ਤਰ੍ਹਾਂ ਸੰਸਾਰ ਦੇ ਮਾਂ-ਬਾਪ ਨੇ, ਜਿਹੜੇ ਸੰਸਾਰਿਕ ਮਾਂ-ਬਾਪ ਨੇ, ਉਹਨਾਂ ਨੂੰ ਪਤਾ ਸਾਡੇ ਬੱਚੇ ਨੂੰ ਕੀ ਲੋੜ ਆ, ਠੀਕ ਹੈ ਨਾ। ਬੱਚੇ ਨੂੰ ਕਿਸ ਚੀਜ਼ ਦੀ ਜ਼ਰੂਰਤ ਆ, ਹੈ ਨਾ। ਜਿੱਦਾਂ ਮਾਂ-ਬਾਪ ਨੂੰ ਪਤਾ, ਇਸੇ ਤਰ੍ਹਾਂ ਉਹ ਪਰਮਾਤਮਾ ਖੁਦ ਆ, ਵਾਹਿਗੁਰੂ ਆ, ਉਹਨੂੰ ਪਤਾ ਸਾਨੂੰ ਕੀ ਚਾਹੀਦਾ। ਉਹ ਤੋਂ ਮੰਗਣ ਦੀ ਲੋੜ ਨਹੀਂ ਪੈਣੀ, ਬਿਨ ਮੰਗੇ ਸਭ ਕੁਝ ਮਿਲਦਾ ਹੈ। ਤੇ ਇਸ ਕਰਕੇ ਤੁਸੀਂ ਸਿਰਫ ਤੁਹਾਡਾ ਕੰਮ ਆ ਬੰਦਗੀ ਕਰਨਾ, ਭਗਤੀ ਕਰਨਾ। ਹਮੇਸ਼ਾ ਇਹੀ ਅਰਦਾਸ ਬੇਨਤੀ ਕਰਨੀ ਕਿ ਗੁਰਦੇਵ ਮਹਾਰਾਜ ਤੁਸੀਂ ਕਿਰਪਾ ਕਰੋ, ਮੈਂ ਆਪਦੇ ਚਰਨਾਂ 'ਚ ਬੈਠਣ ਲੱਗਾ ਆ, ਤੁਸੀਂ ਕਿਰਪਾ ਕਰਕੇ ਬਾਂਹ ਫੜ ਕੇ ਖਿੱਚ ਲੈਣਾ। ਤੁਸੀਂ ਕਿਰਪਾ ਕਰਨੀ ਹਮੇਸ਼ਾ ਕਿ ਨਾਮ ਦੇ ਰੰਗ ਵਿੱਚ ਰੰਗਿਆ ਰਵਾਂ, ਭਗਤੀ ਕਾਦਰ ਸਿਮਰਨ ਕਰਦਾ ਰਵਾਂ। ਤੁਝ ਬਿਨ ਹੋਰ ਕੀ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਠੀਕ ਹੈ। ਪਰਮਾਤਮਾ ਤੋਂ ਸਿਵਾ ਅਸੀਂ ਹੋਰ ਕੁਝ ਮੰਗਦੇ ਹਾਂ, ਉਹੀ ਦੁੱਖ ਮੰਗਦੇ ਹਾਂ। ਹਮੇਸ਼ਾ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗਿਆ ਕਰੋ, हे ਪਰਮਾਤਮਾ ਮੈਨੂੰ ਤੂੰ ਹੀ ਚਾਹੀਦਾ, ਬਸ ਤੂੰ ਹੀ ਚਾਹੀਦਾ ਬਸ। ਜੇ ਦੁਨੀਆ ਬਣਾਉਣ ਵਾਲਾ ਸਾਡੇ ਨਾਲ ਆ, ਤਾਂ ਸਮਝੋ ਦੁਨੀਆ ਦੀ ਸਾਰੀਆਂ ਚੀਜ਼ਾਂ ਕਿਹਦੀਆਂ ਹੋਈਆਂ? ਫਿਰ ਆਪਣੀਆਂ ਹੋਈਆਂ ਨਾ। ਅਸੀਂ ਪਰਮਾਤਮਾ ਨੂੰ ਛੱਡ ਕੇ ਅਸੀਂ ਦੁਨੀਆ ਚੀਜ਼ਾਂ ਮੰਗੀ ਜਾ ਰਹੇ ਹਾਂ, ਫਿਰ ਦੁਖੀ ਦੇ ਦੁਖੀ। ਤੁਸੀਂ ਚੀਜ਼ਾਂ ਬਣਾਉਣ ਵਾਲੇ ਨੂੰ ਪਿਆਰ ਕਰੋ, ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਹੀ ਮੰਗ ਲਓ ਕਿ ਮੈਨੂੰ ਪ੍ਰਭੂ ਤੂੰ ਹੀ ਚਾਹੀਦਾ ਬਸ। ਜਦੋਂ ਕ੍ਰਿਸ਼ਨ ਭਗਵਾਨ ਨੇ ਅਰਜਨ ਤੇ ਦੁਰਯੋਧਨ ਨੂੰ ਬੁਲਾਇਆ ਕਿ ਆਓ ਵੀ ਸਵੇਰੇ, ਮੈਂ ਕੁਝ ਦੇਣਾ ਚਾਹੁੰਦਾ ਹਾਂ, ਤਾਂ ਦੁਰਯੋਧਨ ਗਿਆ, ਸਿਰ ਤੇ ਖੜ ਗਿਆ, ਤੇ ਥੋੜੇ ਸਮੇਂ ਬਾਅਦ ਅਰਜੁਨ ਆਇਆ, ਉਹ ਪੈਰਾਂ ਦੇ ਕੋਲ ਖੜਾ ਹੋ ਗਿਆ। ਤਾਂ ਜਦੋਂ ਕ੍ਰਿਸ਼ਨ ਮਹਾਰਾਜ ਦੀ ਅੱਖ ਖੁੱਲੀ ਤਾਂ ਉਹਨੇ ਦੇਖਿਆ, ਤਾਂ ਸਭ ਤੋਂ ਪਹਿਲਾਂ ਧਿਆਨ ਤਾਂ ਉਹੀ ਜਾਊਗਾ ਜਿਹੜਾ ਸਾਹਮਣੇ ਖੜਾ ਹੈ। ਤਾਂ ਅਰਜੁਨ ਦੇ ਉੱਪਰ ਧਿਆਨ ਗਿਆ, ਤੇ ਕ੍ਰਿਸ਼ਨ ਮਹਾਰਾਜ ਕਹਿੰਦੇ ਕਿ ਅਰਜਨ ਮੰਗ ਕੀ ਮੰਗਣਾ ਹੈ। ਤੇ ਉਹ ਦੁਰਯੋਧਨ ਨੂੰ ਬੋਲ ਪਿਆ, ਕਹਿੰਦਾ ਮਹਾਰਾਜ ਪਹਿਲਾਂ ਤਾਂ ਮੈਂ ਆਇਆ। ਉਹ ਕਹਿੰਦੇ ਮੈਂ ਤਾਂ ਪਹਿਲੀ ਦ੍ਰਿਸ਼ਟੀ ਜਦੋਂ ਅੱਖਾਂ ਖੋਲੀਆਂ, ਸਭ ਤੋਂ ਪਹਿਲਾਂ ਧਿਆਨ ਤਾਂ ਅਰਜੁਨ ਤੇ ਗਿਆ, ਹੱਕਦਾਰ ਤਾਂ ਅਰਜੁਨ ਮੰਗਣ ਦਾ ਆ। ਤੇ ਕਹਿੰਦੇ ਨਹੀਂ ਮਹਾਰਾਜ ਮੈਂ ਪਹਿਲਾਂ ਆਇਆ।
ਤੇ ਅਰਜੁਨ ਕਹਿੰਦਾ ਮਹਾਰਾਜ ਪਹਿਲਾਂ ਦੁਰਯੋਧਨ ਨੂੰ ਦੇ ਦਿਓ ਜੋ ਦੇਣਾ। ਤੇ ਕ੍ਰਿਸ਼ਨ ਭਗਵਾਨ ਨੇ ਕਿਹਾ ਕਿ ਮੇਰੇ ਕੋਲ ਇੱਕ ਪਾਸੇ ਨਰੈਣ ਸੈਨਾ ਆ ਤੇ ਦੂਜੇ ਪਾਸੇ ਮੈਂ ਆ, ਦੋਨਾਂ 'ਚ ਜਿਹੜੀ ਮਰਜ਼ੀ ਇੱਕ ਚੀਜ਼ ਲੈ ਲਾ। ਤਾਂ ਦੁਰਯੋਧਨ ਨੇ ਨਰੈਣੀ ਸੈਨਾ ਮੰਗ ਲਈ ਸਾਰੀ, ਕਿ ਮਹਾਰਾਜ ਮੈਨੂੰ ਆਪਣੀ ਸਾਰੀ ਨਰੈਣੀ ਸੈਨਾ ਦੇ ਦਿਓ। ਤਾਂ ਕ੍ਰਿਸ਼ਨ ਮਹਾਰਾਜ ਨੇ ਉਹਨੂੰ ਨਰੈਣੀ ਸੈਨਾ ਦੇ ਦਿੱਤੀ। ਤਾਂ ਫਿਰ ਅਰਜੁਨ ਕਹਿੰਦੇ ਅਰਜਨ ਮੇਰੇ ਕੋਲ ਤਾਂ ਹੁਣ ਕੁਝ ਬਚਿਆ ਨਹੀਂ ਹੈਗਾ, ਸਾਰੀ ਸੈਨਾ ਨਰੈਣ ਸੈਨਾ ਮੈਂ ਦੁਰਯੋਧਨ ਨੂੰ ਦੇ ਦਿੱਤੀ, ਤਾਂ ਮੇਰੇ ਕੋਲ ਹੁਣ ਕੁਝ ਦੇਣ ਨੂੰ ਨਹੀਂ ਹੈਗਾ, ਸਿਰਫ ਹੁਣ ਮੈਂ ਹੀ ਇਕੱਲਾ ਬਚਿਆ ਹਾਂ। ਤਾਂ ਅਰਜਨ ਨੇ ਕਿਹਾ ਕਿ ਮਹਾਰਾਜ ਮੈਨੂੰ ਤੁਸੀਂ ਹੀ ਚਾਹੀਦੇ ਆ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਨੂੰ ਤੁਸੀਂ ਚਾਹੀਦੇ ਆ। ਫਿਰ ਦੇਖ ਲਓ ਕ੍ਰਿਸ਼ਨ ਮਹਾਰਾਜ ਜੀ ਅਰਜਨ ਦੇ ਨਾਲ ਰਹੇ, ਸਾਥੀ ਬਣ ਕੇ ਰਹੇ, ਤੇ ਜਿੱਤ ਫਿਰ ਅਰਜਨ ਦੀ ਹੋਈ। ਦੁਰਯੋਧਨ ਨਰੈਣੀ ਸੈਨਾ ਲੈ ਕੇ ਵੀ ਹਾਰ ਗਿਆ। ਇਸੇ ਤਰ੍ਹਾਂ ਤੁਸੀਂ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗੋਗੇ, ਗੁਰੂ ਦੇ ਕੋਲੋਂ ਗੁਰੂ ਨੂੰ ਮੰਗੋਗੇ, ਤਾਂ ਤੁਸੀਂ ਇਹ ਜ਼ਿੰਦਗੀ ਦੀ ਜੰਗ ਆ ਇਹ ਤੁਸੀਂ ਜਿੱਤ ਜਾਓਗੇ। ਤੁਹਾਡਾ ਇਹ ਜੀਵਨ ਆ ਇਹ ਸਫਲ ਹੋ ਜਾਊਗਾ ਜੇ ਤੁਸੀਂ ਗੁਰੂ ਦੇ ਕੋਲੋਂ ਗੁਰੂ ਨੂੰ ਮੰਗੋਗੇ, ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗੋਗੇ। ਜੇ ਤੁਸੀਂ ਸੰਸਾਰ ਦੇ ਸੁੱਖ ਹੀ ਮੰਗਦੇ ਰਹੇ, ਸੰਸਾਰ ਦੀਆਂ ਚੀਜ਼ਾਂ ਹੀ ਮੰਗੀ ਗਏ, ਮੈਨੂੰ ਪੈਸਾ ਚਾਹੀਦਾ, ਮੈਨੂੰ ਮੁੰਡਾ ਚਾਹੀਦਾ, ਮੇਰਾ ਕਾਰੋਬਾਰ ਚਲਾ ਦਿਓ, ਹਨਾ, ਮੇਰਾ ਆਹ ਕਰ ਦਿਓ, ਮੈਨੂੰ ਕੋਠੀਆਂ ਦੇ ਦਿਓ, ਮੈਨੂੰ ਕਾਰਾਂ ਦੇ ਦਿਓ, ਜੇ ਤੁਸੀਂ ਇਹ ਚੀਜ਼ਾਂ ਮੰਗਦੇ ਰਹਿ ਗਏ ਦੁਰਯੋਧਨ ਦੇ ਵਾਂਗੂ, ਤਾਂ ਹਮੇਸ਼ਾ ਦੁਖੀ ਹੀ ਰਹੋਗੇ, ਫਿਰ ਤੁਹਾਨੂੰ ਸੁੱਖ ਮਿਲਣ ਵਾਲਾ ਨਹੀਂ ਹੈਗਾ। ਬਸ ਆਪਦੇ ਹੀ ਚਰਨਾਂ 'ਚ ਬੇਨਤੀ ਆ ਕਿ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗਿਆ ਕਰੋ, ਗੁਰੂ ਦੇ ਕੋਲੋਂ ਗੁਰੂ ਹੀ ਮੰਗਿਆ ਕਰੋ। ਜੇ ਤੁਸੀਂ ਹਮੇਸ਼ਾ ਸੁਖੀ ਰਹਿਣਾ ਚਾਹੁੰਦੇ ਹੋ, ਖੁਸ਼ ਰਹਿਣਾ ਚਾਹੁੰਦੇ ਹੋ, ਸੁਖੀ ਹੋਣਾ ਚਾਹੁੰਦੇ ਹੋ, ਹਨਾ, ਖੁਸ਼ੀਆਂ ਵਾਲਾ ਜੀਵਨ ਬਤੀਤ ਕਰਨਾ ਚਾਹੁੰਦੇ ਹੋ, ਤਾਂ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗ ਲਿਆ ਕਰੋ। ਤੇ ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ, ਔਰ ਕੋਸ਼ਿਸ਼ ਕਰਿਆ ਕਰੋ ਕਿ ਅੰਮ੍ਰਿਤ ਵੇਲਾ ਉੱਠ ਕੇ ਆਪਣੇ ਸਿਮਰਨ ਦਾ ਅਭਿਆਸ ਕਰਿਆ ਕਰੋ। ਦਾਸ ਇਹੀ ਤੁਹਾਡੇ ਤੋਂ ਉਮੀਦ ਕਰਦਾ ਕਿ ਤੁਸੀਂ ਰੋਜ਼ ਬੰਦਗੀ ਕਰੋਗੇ, ਰੋਜ਼ ਭਗਤੀ ਕਰੋਗੇ, ਸਿਮਰਨ ਕਰੋਗੇ। ਦਾਸ ਦੇ ਕੋਲੋਂ ਕੁਝ ਬੋਲਣ ਵਿੱਚ ਗਲਤੀ ਹੋ ਗਈ ਹੋਵੇ ਤਾਂ ਦਾਸ ਨੂੰ ਆਪਣੀ ਚਰਨਾਂ ਦੀ ਧੂੜ ਸਮਝ ਕੇ ਦਾਸ ਨੂੰ ਮਾਫ ਕਰ ਦੇਣਾ। ਜੇ ਅੱਛੇ ਵਿਚਾਰ ਲੱਗੇ ਹੋਣ ਤਾਂ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਆ। ਮੇਰੀ ਇਹੀ ਆਪਦੇ ਚਰਨਾਂ 'ਚ ਬੇਨਤੀ ਆ, ਚਿੰਤਾ ਨਾ ਕਰਿਆ ਕਰੋ, ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈਗੀ। ਖੁਸ਼ੀ ਆਪਣਾ ਜੀਵਨ ਬਤੀਤ ਕਰੋ, ਆਪਣੇ ਪਰਿਵਾਰ ਨੂੰ ਸਮਾਂ ਦਿਓ ਤੇ ਆਪਣੀ ਪਰਮਾਤਮਾ ਨੂੰ ਸਮਾਂ ਦਿਓ। ਠੀਕ ਹੈ, ਆਪਣੇ ਦਿਨ ਦੀ ਸ਼ੁਰੂਆਤ, ਆਪਣੇ ਰੋਜ਼ ਨਵੇਂ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਕਰਿਆ ਕਰੋ। ਆਪ ਵੀ ਸਿਮਰਨ ਕਰੋ, ਆਪਣੇ ਬੱਚਿਆਂ ਨੂੰ ਨਾਲ ਬਿਠਾ ਕੇ ਸਿਮਰਨ ਕਰਾਇਆ ਕਰੋ। ਜੈ ਲਖ ਦਾਤਾ ਪੀਰ ਦੀ, ਮੌਜ ਫਕੀਰ ਦੀ।